चीन ਦੇ ਵੁਹਾਨ ਸ਼ਹਿਰ ਦੇ ਵਿੱਚ ਪੈਦਾ ਹੋਏ ਇਸ ਵਾਇਰਸ ਨੇ ਕੁਝ ਹੀ ਸਮੇਂ ਦੇ ਵਿੱਚ ਪੂਰੇ ਗਲੋਬ ਨੂੰ ਲਪੇਟ ਦੇ ਵਿੱਚ ਲੈ ਲਿਆ, ਜਿਸ ਤੋਂ ਪੰਜਾਬ ਵੀ ਅਛੂਤਾ ਨਹੀਂ ਰਿਹਾ। ਅਜਿਹਾ ਮਾਹੌਲ ਜੋ ਦੁਨੀਆ ਨੇ ਕਦੇ ਨਹੀਂ ਸੋਚਿਆ, ਕਦੇ ਨਹੀਂ ਦੇਖਿਆ, ਉਸ ਦੇ ਗਵਾਹ ਅਸੀਂ ਸਾਰੇ ਬਣੇ। कोरोना काल दौरान पंजाब दे विच होईयां घटनावां अते सरकार वल्लों लए अहम फैसले सिलसिलेवार तरीके दे नाल तुहानूं दस दिया। पंजाब दे विच कोरोना दा पहला केस इटली तो परते शख्स दा सी, जिस दी बुखार अते होर लक्षणां करके जांच कीती गई। ਹੁਸ਼ਿਆਰਪੁਰ ਦੇ ਪਿੰਡ ਖਨੂਰ ਦੇ ਵਿੱਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਗੁਰਦੀਪ ਸਿੰਘ ਨਾਂ ਦਾ ਸ਼ਖਸ 3 ਮਾਰਚ ਨੂੰ ਪਤਨੀ ਤੇ ਪੁੱਤਰ ਦੇ ਸਮੇਤ ਇਟਲੀ ਤੋਂ ਭਾਰਤ ਆਇਆ। ਅੰਮ੍ਰਿਤਸਰ 에ਅਰਪੋਰਟ ਤੇ ਜਾਂਚ ਦੌਰਾਨ ਉਸ ਨੂੰ ਬੁਖਾਰ ਸੀ, ਜਿਸ ਕਰਕੇ 에ਅਰਪੋਰਟ ਤੋਂ ਸਿੱਧਾ ਅੰਮ੍ਰਿਤਸਰ ਦੇ ਮੈਡੀਕਲ ਕਾਲਜ ਲਿਜਾਇਆ ਗਿਆ। ਕੋਵਿਡ ਦੇ ਸ਼ੱਕੀ ਮਰੀਜ਼ ਹੋਣ ਕਰਕੇ ਉਹਨਾਂ ਨੂੰ ਆਈਸੋਲੇਟ ਕਰ ਦਿੱਤਾ ਗਿਆ, ਜਿਸ ਦੇ ਬਾਅਦ ਰਿਪੋਰਟ ਪੋਜ਼ਿਟਿਵ ਆਈ। ਹਾਲਾਂਕਿ ਪਤਨੀ ਤੇ ਬੇਟੇ ਦੀ ਰਿਪੋਰਟ ਨੈਗੇਟਿਵ ਸੀ। ਹੁਣ ਗੱਲ ਉਸ ਬਜ਼ੁਰਗ ਦੀ ਜਿਸ ਦੀ ਮੌਤ ਕੋਰੋਨਾ ਕਰਕੇ ਹੋਈ, ਪਰ ਇਸ ਦੌਰਾਨ ਜੋ ਅਣਗਹਿਲੀਆਂ ਵਰਤੀਆਂ ਗਈਆਂ ਉਸ ਦੇ ਨਾਲ ਬਾਕੀ ਲੋਕਾਂ ਦੀ ਜਾਨ ਵੀ ਖਤਰੇ ਦੇ ਵਿੱਚ ਆ ਗਈ। ਇਸ ਬਜ਼ੁਰਗ ਨੂੰ ਪੰਜਾਬ ਦਾ ਸੁਪਰ ਸਪਰੈਡਰ ਤੱਕ ਕਹਿ ਦਿੱਤਾ ਗਿਆ। ਨਵਾਂ ਸ਼ਹਿਰ ਦੇ ਪਠਲਾਵਾ ਪਿੰਡ ਦਾ 70 ਸਾਲ ਦਾ ਬਜ਼ੁਰਗ 7 ਮਾਰਚ ਨੂੰ ਜਰਮਨੀ ਤੇ ਇਟਲੀ ਦੇ ਦੌਰੇ ਤੋਂ ਬਾਅਦ ਪੰਜਾਬ ਆਇਆ। ਕੁਆਰੰਟੀਨ ਹੋਣ ਦੀ ਥਾਂ ਤੇ ਬਜ਼ੁਰਗ ਅਗਲੇ ਦਿਨ ਹੋਲਾ ਮਹੱਲਾ ਦੇਖਣ ਦੇ ਲਈ ਅਨੰਦਪੁਰ ਸਾਹਿਬ ਚਲਾ ਗਿਆ। ਹਾਲਾਂਕਿ 13 ਮਾਰਚ ਨੂੰ ਵਿਦੇਸ਼ ਮੰਤਰਾਲੇ ਨੇ ਉਹਨਾਂ ਦੀ ਵਿਦੇਸ਼ ਯਾਤਰਾ ਬਾਰੇ ਪ੍ਰਸ਼ਾਸਨ ਨੂੰ ਜਾਣਕਾਰੀ ਦਿੱਤੀ, ਜਿਸ ਤੋਂ ਬਾਅਦ ਉਹਨਾਂ ਨੂੰ ਨਿਗਰਾਨੀ ਹੇਠ ਰੱਖਿਆ ਗਿਆ। ਕੁਝ ਦਿਨ ਬਾਅਦ ਬਜ਼ੁਰਗ ਦੀ ਸਿਹਤ ਵਿਗੜੀ ਤੇ 18 ਮਾਰਚ ਨੂੰ ਮੌਤ ਹੋ ਗਈ। ਮੌਤ ਦੇ ਬਾਅਦ ਬਜ਼ੁਰਗ ਦੀ ਕੋਰੋਨਾ ਰਿਪੋਰਟ ਪੋਜ਼ਿਟਿਵ ਆਈ, ਜਿਸ ਦੇ ਬਾਅਦ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਵਾਇਰਸ ਦੇ ਨਾਲ ਪੰਜਾਬ ਦੇ ਵਿੱਚ ਹੋਈ ਇਹ ਪਹਿਲੀ ਮੌਤ ਸੀ। ਬਜ਼ੁਰਗ ਦੇ ਸੰਪਰਕ ਦੇ ਵਿੱਚ ਆਏ 13 ਲੋਕ ਪੋਜ਼ਿਟਿਵ ਪਾਏ ਗਏ ਅਤੇ ਇਸ ਤੋਂ ਬਾਅਦ ਪੂਰੇ ਪਠਲਾਵਾ ਪਿੰਡ ਨੂੰ ਸੀਲ ਕਰ ਦਿੱਤਾ ਗਿਆ। कोरोना वायरस ਦੇ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਸਰਕਾਰ ਹਰਕਤ ਦੇ ਵਿੱਚ ਆਈ ਅਤੇ ਸਕੂਲ ਕਾਲਜ ਬੰਦ ਕਰਨ ਦੇ ਲਈ ਤੁਰੰਤ ਹੁਕਮ ਦੇ ਦਿੱਤੇ ਗਏ, ਜੋ ਕਿ 9 ਮਹੀਨਿਆਂ ਤੱਕ ਬੰਦ ਹੀ ਪਏ ਰਹੇ। ਕੋਰੋਨਾ ਦੇ ਵੱਧਦੇ ਖਤਰੇ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ 13 ਮਾਰਚ ਨੂੰ ਸਕੂਲ ਬੰਦ ਕਰਨ ਦਾ ਐਲਾਨ ਕਰ ਦਿੱਤਾ। ਹਾਲਾਂਕਿ ਪਹਿਲਾਂ ਸਿਰਫ 31 ਮਾਰਚ ਤੱਕ ਸਾਰੇ ਸਕੂਲਾਂ ਦੇ ਵਿੱਚ ਛੁੱਟੀਆਂ ਕੀਤੀਆਂ ਗਈਆਂ ਸਨ, ਜਦਕਿ ਬਾਅਦ ਵਿੱਚ ਲਾਕਡਾਊਨ ਤੇ ਵੱਧਦੇ ਕੇਸਾਂ ਕਰਕੇ 19 ਅਕਤੂਬਰ ਤੱਕ ਸਕੂਲ ਬੰਦ ਰਹੇ। ਹਾਲਾਂਕਿ ਅਜੇ ਤੱਕ ਵੀ ਵਿਦਿਆਰਥੀਆਂ ਲਈ ਸਕੂਲ ਜਾਣਾ ਲਾਜ਼ਮੀ ਨਹੀਂ ਕੀਤਾ ਗਿਆ, ਸਗੋਂ ਵਿਦਿਆਰਥੀਆਂ ਦੇ ਮਾਪਿਆਂ ਦੀ ਸਹਿਮਤੀ ਨਾਲ ਅਤੇ ਪੂਰੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਉਹ ਸਕੂਲ ਜਾ ਸਕਦੇ ਨੇ। लॉकडाउन विचाले निजी स्कूलों और विद्यार्थियों के मापिया विचाले रेड़का पैदा हो गया। ये रेड़का फीस नूं लेके सी अते दोवें तरह आपो अपने स्टैंड ते अड़ियां रहियां। लॉकडाउन च स्कूल बंद रहे, पर फीस नूं लेके विवाद खूब भखिया। ऑनलाइन पढ़ाई करा रहे स्कूल फीस मंगन ते अड़े रहे, तो विद्यार्थियों के मापिया ने स्कूलों के खिलाफ मोर्चा खोल दिता। मामले विच पंजाब हरियाणा हाई कोर्ट ने ट्यूशन ते दाखला फीस वसूलन की मंजूरी दी, तो मापिया ने इस ते भी इतराज जताया। पंजाब सरकार ने भी इस फैसले नूं चुनौती दी। कोरोना काल दौरान विद्यार्थियों नूं पढ़ाई दे नुकसान दा डर भी सताया। महीनों तक बंद रहे स्कूलों करके ऑनलाइन क्लासां तां लगियां, पर पूरी रवानगी दे नाल पढ़ाई फिर भी नहीं हो सकी। इस दौरान सरकार ने स्टूडेंट्स दे हित दे विच अहम फैसले लए। कोरोना काल दे विच 5वीं 8वीं ते 10वीं ਦੇ ਬੱਚਿਆਂ ਨੂੰ ਪ੍ਰਮੋਟ ਕੀਤਾ ਗਿਆ। ਪੰਜਾਬ ਬੋਰਡ ਨੇ 12ਵੀਂ ਜਮਾਤ ਦੇ ਨਤੀਜੇ ਵੀ ਸਿਰਫ 3 ਪੇਪਰਾਂ ਦੇ ਆਧਾਰ ਤੇ ਐਲਾਨ ਕਰ ਦਿੱਤੇ, ਜਦੋਂ ਕਿ ਵਿਦਿਆਰਥੀਆਂ ਲਈ ਪੂਰੇ ਪੇਪਰ ਦੇਣ ਦੇ ਲਈ ਅਰਜ਼ੀ ਦਾ ਆਪਸ਼ਨ ਖੁੱਲਾ ਰੱਖਿਆ ਗਿਆ। ਕਾਲਜ ਦੇ ਵੀ ਪਹਿਲੇ ਤੇ ਦੂਜੇ ਸਾਲ ਦੇ ਵਿਦਿਆਰਥੀ ਪ੍ਰਮੋਟ ਕੀਤੇ ਗਏ, ਜਦਕਿ ਫਾਈਨਲ ਈਅਰ ਵਾਲਿਆਂ ਨੇ ਘਰੇ ਆਨਲਾਈਨ ਪੇਪਰ ਦਿੱਤੇ।
ਸਕੂਲਾਂ ਦੇ ਨਾਲ ਹੋਰ ਅਦਾਰੇ ਵੀ ਬੰਦ ਹੋਏ ਅਤੇ ਪਬਲਿਕ ਟਰਾਂਸਪੋਰਟ ਤੇ ਵੀ ਬ੍ਰੇਕ ਲੱਗੇ, ਪਰ ਬਾਅਦ ਦੇ ਵਿੱਚ ਮੌਕੇ ਦੀ ਨਜ਼ਾਕਤ ਨੂੰ ਦੇਖਦਿਆਂ ਹੋਇਆਂ ਸਰਕਾਰ ਨੇ ਕਰਫਿਊ ਹੀ ਐਲਾਨ ਦਿੱਤਾ। ਮਾਰਚ ਨੂੰ ਪੰਜਾਬ ਸਰਕਾਰ ਨੇ ਸ਼ਾਪਿੰਗ ਮਾਲ, ਜਿਮ, ਰੈਸਟੋਰੈਂਟ ਬੰਦ ਕਰਨ ਦਾ ਹੁਕਮ ਜਾਰੀ ਕਰ ਦਿੱਤਾ। ਇਸ ਤੋਂ 4 ਦਿਨ ਬਾਅਦ 20 ਮਾਰਚ ਅੱਧੀ ਰਾਤ ਤੋਂ ਪਬਲਿਕ ਟਰਾਂਸਪੋਰਟ ਬੰਦ ਕਰ ਦਿੱਤੀ ਗਈ ਅਤੇ ਸਮਾਗਮਾਂ ਮੌਕੇ 20 ਤੋਂ ਵੱਧ ਲੋਕਾਂ ਦੇ ਇਕੱਠ ਹੋਣ ਤੇ ਪਾਬੰਦੀ ਲਾ ਦਿੱਤੀ। 22 ਮਾਰਚ ਨੂੰ ਸੂਬੇ ਦੇ ਵਿੱਚ ਲਾਕਡਾਊਨ ਲਾਇਆ ਗਿਆ। ਐਮਰਜੈਂਸੀ ਸੇਵਾਵਾਂ ਨੂੰ ਰਿਆਇਤ ਦਿੱਤੀ ਗਈ, ਪਰ ਅਗਲੇ ਹੀ ਦਿਨ ਯਾਨੀ 23 ਮਾਰਚ ਨੂੰ ਸੂਬੇ ਦੇ ਵਿੱਚ ਮੁਕੰਮਲ ਲਾਕਡਾਊਨ ਲਾ ਦਿੱਤਾ ਗਿਆ। ਕੋਰੋਨਾ ਕਾਲ 'ਚ ਅਜਿਹਾ ਕਰਨ ਵਾਲਾ ਪੰਜਾਬ ਦੇਸ਼ ਦਾ ਪਹਿਲਾ ਸੂਬਾ ਸੀ। ਜਾਨਲੇਵਾ ਕੋਰੋਨਾ ਵਾਇਰਸ ਨੇ ਕਈ ਅਜਿਹੀਆਂ ਹਸਤੀਆਂ ਨੂੰ ਵੀ ਖੋਲਿਆ ਜਿਨ੍ਹਾਂ ਦੇ ਜਾਣ ਦਾ ਹਰ ਕਿਸੇ ਨੂੰ ਸਦਮਾ ਅਤੇ ਦੁੱਖ ਲੱਗਿਆ। ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ ਇੱਕ ਅਜਿਹਾ ਹੀ ਨਾਮ ਨੇ। ਕੋਰੋਨਾ ਪੀੜਤ ਹੋਣ ਤੋਂ ਬਾਅਦ ਦਰਬਾਰ ਸਾਹਿਬ ਦੇ ਸਾਬਕਾ ਹਜੂਰੀ ਰਾਗੀ ਪਦਮ ਸ਼੍ਰੀ ਨਿਰਮਲ ਸਿੰਘ ਖਾਲਸਾ 2 ਅਪ੍ਰੈਲ ਨੂੰ ਦਮ ਤੋੜ ਗਏ। ਉਹਨਾਂ ਨੂੰ ਸਾਹ ਲੈਣ ਦੇ ਵਿੱਚ ਤਕਲੀਫ ਅਤੇ ਛਾਤੀ ਦੇ ਵਿੱਚ ਦਰਦ ਦੀ ਸ਼ਿਕਾਇਤ ਸੀ। ਨਿਰਮਲ ਸਿੰਘ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਪਰ ਅਖੀਰ ਉਹ ਜ਼ਿੰਦਗੀ ਦੀ ਜੰਗ ਹਾਰ ਗਏ। ਇਸ ਤੋਂ ਬਾਅਦ ਹਸਪਤਾਲਾਂ ਦੇ ਵਿੱਚ ਕੋਵਿਡ ਮਰੀਜ਼ਾਂ ਦੀ ਸਾਂਭ ਸੰਭਾਲ ਨੂੰ ਲੈ ਕੇ ਵੀ ਸਵਾਲ ਉੱਠੇ, ਕਿਉਂਕਿ ਨਿਰਮਲ ਸਿੰਘ ਦੀ ਪਰਿਵਾਰ ਨਾਲ ਫੋਨ ਤੇ ਗੱਲਬਾਤ ਦੀ ਇੱਕ ਆਡੀਓ ਵਾਇਰਲ ਹੋਈ ਜਿਸ ਵਿੱਚ ਉਹ ਸਹੀ ਢੰਗ ਦੇ ਨਾਲ ਸਾਂਭ ਸੰਭਾਲ ਨਾ ਹੋਣ ਦੇ ਇਲਜ਼ਾਮ ਲਾ ਰਹੇ ਸਨ। ਕੋਰੋਨਾ ਕਾਲ ਦੇ ਵਿੱਚ ਜਾਨ ਗਵਾਉਣ ਵਾਲਿਆਂ ਦੇ ਵਿੱਚ ਪਬਲਿਕ ਸਰਵੈਂਟ ਵੀ ਨੇ ਜਿਨ੍ਹਾਂ ਨੇ ਫਰਜ਼ ਨਿਭਾਉਂਦਿਆਂ ਜਾਨ ਦੀ ਪਰਵਾਹ ਨਹੀਂ ਕੀਤੀ। ਅਪ੍ਰੈਲ ਮਹੀਨੇ ਵਿੱਚ ਲੁਧਿਆਣਾ ਦੇ ਏਸੀਪੀ ਅਨਿਲ ਕੋਹਲੀ ਤੇ ਕਨਗੋ ਗੁਰਮੇਲ ਸਿੰਘ ਦੀ ਵੀ ਕੋਰੋਨਾ ਪੀੜਤ ਹੋਣ ਤੋਂ ਬਾਅਦ ਮੌਤ ਹੋ ਗਈ। ਦੋਵੇਂ ਡਿਊਟੀ ਦੇ ਦੌਰਾਨ ਵਾਇਰਸ ਦੀ ਲਪੇਟ ਵਿੱਚ ਆ ਗਏ ਸਨ। ਮੁੱਖ ਮੰਤਰੀ ਨੇ ਦੋਹਾਂ ਦੀ ਮੌਤ ਤੇ ਡੂੰਘੀ ਹਮਦਰਦੀ ਜਤਾਈ ਅਤੇ ਨਾਲ ਹੀ ਐਲਾਨ ਕੀਤਾ ਕਿ ਡਿਊਟੀ ਦੇ ਦੌਰਾਨ ਜਾਨ ਗਵਾਉਣ ਵਾਲੇ ਅਧਿਕਾਰੀਆਂ ਦੇ ਪਰਿਵਾਰਾਂ ਨੂੰ 50 ਲੱਖ ਰੁਪਏ ਦੀ ਸਰਕਾਰੀ ਮਦਦ ਦਿੱਤੀ ਜਾਵੇਗੀ। ਤਬਲੀਗੀ ਜਮਾਤ ਤੋਂ ਬਾਅਦ ਕੋਰੋਨਾ ਫੈਲਾਉਣ ਦੇ ਇਲਜ਼ਾਮਾਂ ਦੇ ਵਿੱਚ ਸਿੱਖ ਸ਼ਰਧਾਲੂ ਵੀ ਨਿਸ਼ਾਨੇ ਤੇ ਆਏ। ਸਿਆਸੀ ਤਕਰਾਰਬਾਜ਼ੀ ਵਿਚਾਲੇ ਨੰਦੇੜ ਸਾਹਿਬ ਤੋਂ ਪਰਤੇ ਸ਼ਰਧਾਲੂਆਂ ਦਾ ਮਾਮਲਾ ਕਾਫੀ ਭਖਿਆ। ਲਾਕਡਾਊਨ ਦੇ ਦੌਰਾਨ ਨੰਦੇੜ ਸਾਹਿਬ ਦੇ ਵਿੱਚ ਫਸੇ ਕਰੀਬ 3200 ਸ਼ਰਧਾਲੂਆਂ ਦਾ ਮੁੱਦਾ ਵੀ ਖੂਬ ਭਖਿਆ। ਸ਼ਰਧਾਲੂਆਂ ਨੂੰ ਵਾਪਸ ਲਿਆਉਣ ਦੇ ਲਈ ਕੈਪਟਨ ਸਰਕਾਰ ਤੇ ਅਕਾਲੀ ਦਲ ਦੇ ਵਿਚਾਲੇ ਤਲਖ ਬਿਆਨਬਾਜ਼ੀ ਵੇਖਣ ਨੂੰ ਮਿਲੀ। 79 ਬੱਸਾਂ ਦੇ ਜ਼ਰੀਏ ਅਪ੍ਰੈਲ ਦੇ ਅਖੀਰ ਦੇ ਵਿੱਚ ਸ਼ਰਧਾਲੂਆਂ ਨੂੰ ਵਾਪਸ ਤਾਂ ਲਿਆਂਦਾ ਗਿਆ, ਪਰ 500 ਦੇ ਕਰੀਬ ਸ਼ਰਧਾਲੂਆਂ ਦੇ ਕੋਰੋਨਾ ਪੋਜ਼ਿਟਿਵ ਆਉਣ ਦੇ ਨਾਲ ਮਾਮਲਾ ਹੋਰ ਭਖ ਗਿਆ। ਪੰਜਾਬ ਅਤੇ ਮਹਾਰਾਸ਼ਟਰ ਸਰਕਾਰ ਨੇ ਇੱਕ ਦੂਜੇ ਤੇ ਜ਼ਿੰਮੇਵਾਰੀ ਪਾਉਣ ਦੀ ਕੋਸ਼ਿਸ਼ ਕੀਤੀ। ਇਸ ਵਿਚਾਲੇ ਸ਼ਰਧਾਲੂਆਂ ਦੀ ਤਬਲੀਗੀ ਮਰਕਜ਼ ਦੇ ਨਾਲ ਤੁਲਨਾ ਹੋਣ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਸਖਤ ਇਤਰਾਜ਼ ਕੀਤਾ। ਕਰਫਿਊ ਦੌਰਾਨ ਸੂਬੇ ਦੇ ਵਿੱਚ ਪੁਲਿਸ ਦੀ ਸਖਤੀ ਵੇਖਣ ਨੂੰ ਮਿਲੀ। ਇਸ ਦੌਰਾਨ ਵਿਰੋਧੀਆਂ ਨੇ ਸਰਕਾਰ ਦੇ ਰਵੱਈਏ ਤੇ ਸਵਾਲ ਵੀ ਚੁੱਕੇ। ਇੰਡਸਟਰੀ ਨੂੰ ਹੁੰਦੇ ਨੁਕਸਾਨ ਨੂੰ ਦੇਖਦਿਆਂ ਮਈ ਮਹੀਨੇ ਦੇ ਵਿੱਚ ਹਦਾਇਤਾਂ ਦੀ ਪਾਲਣਾ ਦੇ ਨਾਲ ਰਿਆਇਤਾਂ ਦੇ ਦਿੱਤੀਆਂ ਗਈਆਂ। ਵੱਖ-ਵੱਖ ਫੇਜ਼ ਦੇ ਵਿੱਚ ਕਰਫਿਊ ਵਧਾਉਣ ਤੋਂ ਬਾਅਦ 18 ਮਈ ਨੂੰ ਸੂਬੇ ਦੇ ਵਿੱਚ ਮੁਕੰਮਲ ਕਰਫਿਊ ਹਟਾ ਦਿੱਤਾ ਗਿਆ, ਪਰ ਲਾਕਡਾਊਨ ਕਾਇਮ ਰੱਖਿਆ ਗਿਆ। ਇਸ ਦੇ ਨਾਲ ਹੀ ਕੈਪਟਨ ਸਰਕਾਰ ਨੇ ਨਾਈਟ ਕਰਫਿਊ ਜਾਰੀ ਰੱਖਣ ਦਾ ਵੀ ਫੈਸਲਾ ਲਿਆ। ਪਬਲਿਕ ਟਰਾਂਸਪੋਰਟ ਸ਼ੁਰੂ ਕਰ ਦਿੱਤੀ ਗਈ। ਇਸ ਦੇ ਬਾਅਦ ਵੀਕਐਂਡ ਲਾਕਡਾਊਨ ਲਾਇਆ ਗਿਆ, ਪਰ 1 ਅਕਤੂਬਰ ਤੋਂ ਨਾਈਟ ਕਰਫਿਊ ਹਟਾ ਦਿੱਤਾ ਗਿਆ ਅਤੇ ਵੀਕਐਂਡ ਲਾਕਡਾਊਨ ਨੂੰ ਵੀ ਖਤਮ ਕਰ ਦਿੱਤਾ ਗਿਆ। ਪਰ ਦਸੰਬਰ ਮਹੀਨੇ ਵਿੱਚ ਫਿਰ ਤੋਂ ਸਰਕਾਰ ਨੇ ਨਾਈਟ ਕਰਫਿਊ ਲਾ ਦਿੱਤਾ। ਸਿਰਫ ਨਾਈਟ ਕਰਫਿਊ ਹੀ ਦੁਬਾਰਾ ਨਹੀਂ ਲਗਾਇਆ ਗਿਆ, ਸਗੋਂ ਸਰਕਾਰ ਵੱਲੋਂ ਹੋਰ ਵੀ ਕਈ ਸਖਤ ਕਦਮ ਚੁੱਕੇ ਗਏ। ਵਾਰ-ਵਾਰ ਕੀਤੀ ਗਈ ਮਾਸਕ ਪਾਉਣ ਦੀ ਅਪੀਲ ਕੰਮ ਨਾ ਆਈ ਤਾਂ ਸਰਕਾਰ ਨੇ ਜੁਰਮਾਨੇ ਵਧਾ ਦਿੱਤੇ। ਲੋਕਾਂ ਦੇ ਕੋਰੋਨਾ ਵਾਇਰਸ ਨੂੰ ਲੈ ਕੇ ਵੇਸਲੇ ਹੋਣ ਕਾਰਨ ਪੰਜਾਬ ਸਰਕਾਰ ਨੇ ਨਿਯਮਾਂ ਦੀ ਸਖਤੀ ਨਾਲ ਪਾਲਣਾ ਦੇ ਲਈ ਜੁਰਮਾਨੇ ਵਧਾ ਦਿੱਤੇ। 1 ਦਸੰਬਰ ਤੋਂ ਮਾਸਕ ਪਾਉਣ ਜਾਂ ਸਰੀਰਕ ਦੂਰੀ ਦੀ ਪਾਲਣਾ ਕਰਨ ਦੇ ਨਿਯਮਾਂ ਦੀ ਉਲੰਘਣਾ ਕਰਨ ਤੇ ਦੁੱਗਣਾ ਜੁਰਮਾਨਾ ਲਾਗੂ ਕਰ ਦਿੱਤਾ ਗਿਆ।
कोरोना काल दौरान सेहत विभाग ने कई अहम फैसले लए। नवीं लैबोरेटरी स्थापित कीतियां गईयां ਅਤੇ ਟੈਸਟਿੰਗ ਦੀ ਸਮਰੱਥਾ ਵੀ ਵਧਾਈ ਗਈ। ਇਸ ਦੇ ਨਾਲ ਹੀ ਟੈਸਟ ਦੇ ਨਾਮ ਤੇ ਹੋ ਰਹੀ ਲੁੱਟ ਤੋਂ ਵੀ ਸੂਬਾ ਵਾਸੀਆਂ ਨੂੰ ਬਚਾਇਆ ਗਿਆ। ਕਰੋਨਾ ਟੈਸਟਿੰਗ ਦੀ ਰਫ਼ਤਾਰ ਤੇਜ਼ ਕਰਨ ਦੇ ਲਈ ਅਗਸਤ ਮਹੀਨੇ ਵਿੱਚ 4 ਨਵੀਆਂ ਕੋਵਿਡ ਟੈਸਟ ਲੈਬ ਸਥਾਪਿਤ ਕੀਤੀਆਂ ਗਈਆਂ। ਲੁਧਿਆਣਾ ਦੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸ, ਮੋਹਾਲੀ ਦੇ ਪੰਜਾਬ ਸਟੇਟ ਫੋਰੈਂਸਿਕ ਸਾਇੰਸ ਲੈਬੋਰੇਟਰੀਜ਼, ਜਲੰਧਰ ਦੇ ਨਾਰਥਰਨ ਰੀਜਨ ਡਿਜ਼ੀਜ਼ ਡਾਇਗਨੋਸਟਿਕ ਲੈਬੋਰੇਟਰੀ ਅਤੇ ਮੋਹਾਲੀ ਦੇ ਹੀ ਪੰਜਾਬ ਬਾਇਓਟੈਕਨੀਕਲ ਇਨਕਿਊਬੇਟਰ ਵਿੱਚ ਇਹ ਲੈਬ ਸਥਾਪਿਤ ਕੀਤੀਆਂ ਗਈਆਂ। ਇਸ ਤੋਂ ਪਹਿਲਾਂ ਪਟਿਆਲਾ, ਅੰਮ੍ਰਿਤਸਰ ਤੇ ਫਰੀਦਕੋਟ 'ਚ ਹੀ RT-PCR ਟੈਸਟ ਕੀਤੇ ਜਾ ਰਹੇ ਸਨ। ਇਸ ਤੋਂ ਇਲਾਵਾ ਸਤੰਬਰ ਮਹੀਨੇ ਦੇ ਵਿੱਚ ਸਰਕਾਰ ਨੇ RT-PCR ਟੈਸਟਿੰਗ ਦੀ ਫੀਸ ਵੀ ਘਟਾ ਕੇ 1600 ਰੁਪਏ ਕਰ ਦਿੱਤੀ। ਇਸ ਤੋਂ ਪਹਿਲਾਂ ਇਹ ਫੀਸ 4600 ਰੁਪਏ ਤੋਂ ਘਟਾ ਕੇ 2400 ਰੁਪਏ ਕੀਤੀ ਗਈ ਸੀ। ਵਾਇਰਸ ਦੇ ਨਾਲ ਕਈ ਹੋਰ ਚੁਣੌਤੀਆਂ ਵੀ ਪੇਸ਼ ਆਈਆਂ। ਉਹਨਾਂ 'ਚੋਂ ਇੱਕ ਚੁਣੌਤੀ ਲੋਕਾਂ ਨੂੰ ਕੋਰੋਨਾ ਟੈਸਟਿੰਗ ਦੇ ਲਈ ਤਿਆਰ ਕਰਨ ਨੂੰ ਲੈ ਕੇ ਵੀ ਪੇਸ਼ ਆਈ। ਬਿਨਾਂ ਕਿਸੇ ਪੁਖਤਾ ਤੱਤ ਤੋਂ ਵੀ ਲੋਕਾਂ ਨੇ ਅਫਵਾਹਾਂ ਤੇ ਯਕੀਨ ਕੀਤਾ, ਜਿਸ ਦੇ ਨਾਲ ਉਹ ਆਪਣੀ ਹੀ ਜਾਨ ਨੂੰ ਖਤਰੇ ਦੇ ਵਿੱਚ ਪਾ ਰਹੇ ਸਨ। ਕੋਰੋਨਾ ਕਾਲ ਦੇ ਦੌਰਾਨ ਕਈ ਤਰ੍ਹਾਂ ਦੀਆਂ ਅਫਵਾਹਾਂ ਉੱਡੀਆਂ। ਲੋਕਾਂ 'ਚ ਅਫਵਾਹ ਫੈਲੀ ਕਿ ਕੋਰੋਨਾ ਦੇ ਨਾਮ ਤੇ ਮਨੁੱਖੀ ਅੰਗਾਂ ਦੀ ਤਸਕਰੀ ਕੀਤੀ ਜਾ ਰਹੀ ਹੈ, ਜਿਸ ਕਰਕੇ ਕਈ ਪਿੰਡਾਂ ਦੀਆਂ ਪੰਚਾਇਤਾਂ ਨੇ ਮਤੇ ਪਾ ਦਿੱਤੇ। ਗੜ੍ਹ ਸ਼ੰਕਰ ਦੇ ਪਿੰਡ ਮਹਿਲਪੁਰ ਦੀ ਪੰਚਾਇਤ ਨੇ ਮਤਾ ਪਾਇਆ ਕਿ ਬਿਨਾਂ ਇਜਾਜ਼ਤ ਸਿਹਤ ਵਿਭਾਗ ਦੀ ਟੀਮ ਪਿੰਡ ਵਿੱਚ ਨਹੀਂ ਆਵੇਗੀ। ਇਸੇ ਤਰ੍ਹਾਂ ਨਾਭਾ ਦੇ ਪਿੰਡ ਧਾਰੋਕੀ ਵਿੱਚ ਸਿਹਤ ਵਿਭਾਗ ਦੀ ਟੀਮ ਦਾ ਵਿਰੋਧ ਹੋਇਆ। ਭਵਾਨੀਗੜ੍ਹ ਦੇ ਪਿੰਡ ਰਾਜਪੁਰ ਦੀ ਪੰਚਾਇਤ ਨੇ ਸਰਬਸੰਮਤੀ ਦੇ ਨਾਲ ਮਤਾ ਪਾਇਆ ਕਿ ਕਿਸੇ ਦਾ ਵੀ ਕੋਰੋਨਾ ਟੈਸਟ ਨਹੀਂ ਕਰਵਾਇਆ ਜਾਵੇਗਾ। ਸਗੋਂ ਜੇ ਕੋਈ ਸ਼ਖਸ ਬਿਮਾਰ ਹੁੰਦਾ ਤੇ ਕੋਰੋਨਾ ਦੇ ਲੱਛਣ ਦਿਸਦੇ ਨੇ ਤਾਂ ਉਸ ਨੂੰ ਪਿੰਡ ਵਿੱਚ ਇਕਾਂਤਵਾਸ ਕੀਤਾ ਜਾਵੇਗਾ। ਨਾਲ ਹੀ ਇਹ ਵੀ ਕਿਹਾ ਗਿਆ ਕਿ ਜੇ ਮਰੀਜ਼ ਨੂੰ ਕੁਝ ਹੁੰਦਾ ਹੈ ਤਾਂ ਉਸ ਦੀ ਜ਼ਿੰਮੇਵਾਰੀ ਉਸ ਦੇ ਪਰਿਵਾਰ ਦੀ ਹੋਵੇਗੀ। ਸੰਗਰੂਰ ਦੇ ਤੁਰੀ, ਮੋਗਾ ਦੇ ਪਿੰਡ ਮੌੜ 9 ਆਬਾਦ, ਫਿਰੋਜ਼ਪੁਰ ਦੇ ਪਿੰਡ ਗਿੱਲ ਵਿੱਚ ਵੀ ਮਤੇ ਪਾਏ ਗਏ ਅਤੇ ਕੋਰੋਨਾ ਟੈਸਟਿੰਗ ਨਾ ਕਰਵਾਉਣ ਦੇ ਫੈਸਲੇ ਕੀਤੇ ਗਏ। ਸੰਗਰੂਰ ਦੇ ਪਿੰਡ ਘਨੌਰੀ ਕਲਾਂ ਦੇ ਵਿੱਚ ਇਹ ਅਫਵਾਹ ਫੈਲ ਗਈ ਕਿ ਸਿਹਤ ਵਿਭਾਗ ਦੀ ਟੀਮ ਕੋਰੋਨਾ ਸੈਂਪਲ ਲੈਣ ਆਈ ਹੈ। ਇਸ ਤੇ ਲੋਕਾਂ ਨੇ ਘਰਾਂ ਦੇ ਦਰਵਾਜ਼ੇ ਬੰਦ ਕਰ ਦਿੱਤੇ ਤਾਂ ਕਿ ਉਹਨਾਂ ਦਾ ਟੈਸਟ ਨਾ ਹੋ ਸਕੇ। ਇਸੇ ਤਰ੍ਹਾਂ ਭਵਾਨੀਗੜ੍ਹ ਦੇ ਪਿੰਡ ਫੱਗੂਵਾਲਾ ਤੇ ਬਾਦਲ ਕਲਾਂ ਵਿੱਚ ਵੀ ਇਹ ਮਤੇ ਪਾਏ ਗਏ ਕਿ ਜੇਕਰ ਕੋਈ ਸ਼ਖਸ ਬਿਮਾਰ ਹੋਇਆ ਤਾਂ ਉਸ ਨੂੰ ਪਿੰਡ ਵਿੱਚ ਹੀ ਆਈਸੋਲੇਟ ਕੀਤਾ ਜਾਵੇਗਾ। ਸਿਹਤ ਵਿਭਾਗ ਨੂੰ ਅਪੀਲ ਕੀਤੀ ਗਈ ਕਿ ਉਹ ਕਿਸੇ ਵੀ ਸ਼ਖਸ ਨੂੰ ਨਾਲ ਲੈ ਕੇ ਨਾ ਜਾਵੇ। ਲਹਿਰਾ ਗਾਗਾ ਦੇ ਬਾਜ਼ਾਰਾਂ ਦੇ ਵਿੱਚ ਵਿਭਾਗ ਨੇ ਸੈਂਪਲਿੰਗ ਕਰਨੀ ਚਾਹੀ ਤਾਂ ਦੁਕਾਨਦਾਰਾਂ ਨੇ ਇਸ ਦਾ ਜ਼ਬਰਦਸਤ ਵਿਰੋਧ ਕੀਤਾ। ਸਾਰਿਆਂ ਨੇ ਇਕਮਤ ਹੋ ਕੇ ਦੁਕਾਨਾਂ ਬੰਦ ਕਰ ਦਿੱਤੀਆਂ ਅਤੇ ਸੜਕ ਤੇ ਧਰਨਾ ਲਾ ਕੇ ਬੈਠ ਗਏ। ਕੋਰੋਨਾ ਖਿਲਾਫ ਜੰਗ ਦੇ ਵਿੱਚ ਲੋਕਾਂ ਦਾ ਹੌਸਲਾ ਵਧਾਉਣ ਦੇ ਲਈ ਕੈਪਟਨ ਸਰਕਾਰ ਅੱਗੇ ਆਈ। ਹੌਸਲਾ ਅਫਜ਼ਾਈ ਦੇ ਨਾਲ ਜਾਗਰੂਕਤਾ ਦੇ ਲਈ ਕਦਮ ਚੁੱਕੇ ਗਏ। ਕੋਰੋਨਾ ਦੇ ਖਿਲਾਫ ਜੰਗ ਨੂੰ ਲੈ ਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਸ਼ਨ ਫਤਿਹ ਲਾਂਚ ਕੀਤਾ। ਇਸ ਦਾ ਮਕਸਦ ਲੋਕਾਂ ਨੂੰ ਕੋਰੋਨਾ ਵਾਇਰਸ ਨੂੰ ਲੈ ਕੇ ਜਾਗਰੂਕ ਕਰਨਾ ਰਿਹਾ। ਕੋਰੋਨਾ ਵਾਇਰਸ ਦੇ ਫੈਲਾਅ ਨੂੰ ਰੋਕਣ ਦੇ ਲਈ ਮਿਸ਼ਨ ਫਤਿਹ ਤਹਿਤ ਲੋਕਾਂ ਨੂੰ ਸਾਵਧਾਨੀਆਂ ਵਰਤਣ ਦੇ ਲਈ ਜਾਗਰੂਕ ਕੀਤਾ ਗਿਆ, ਜਿਸ ਵਿੱਚ ਸਮਾਜਿਕ ਦੂਰੀ, ਮਾਸਕ ਦੀ ਵਰਤੋਂ ਤੇ ਵਾਰ-ਵਾਰ ਹੱਥ ਧੋਣ ਦੇ ਸੰਬੰਧੀ ਲੋਕਾਂ ਨੂੰ ਪ੍ਰੇਰਿਆ ਗਿਆ। ਕਈ ਵੱਡੀਆਂ ਹਸਤੀਆਂ ਵੀ ਇਸ ਮੁਹਿੰਮ ਦਾ ਹਿੱਸਾ ਬਣੀਆਂ। ਔਖੇ ਵੇਲੇ ਦੇ ਵਿੱਚ ਮਦਦ ਕਰਨ ਵਾਲੇ ਲੋਕ ਵੀ ਸਾਹਮਣੇ ਆਏ। ਬਹੁਤ ਸਾਰੇ ਲੋਕਾਂ ਅਤੇ ਸਮਾਜਿਕ ਜਥੇਬੰਦੀਆਂ ਨੇ ਆਪਣੇ ਪੱਧਰ ਤੇ ਹੀ ਗਰੀਬਾਂ ਨੂੰ ਰਾਸ਼ਨ ਵੰਡਿਆ ਤਾਂ ਸਿਆਸਤਦਾਨਾਂ, ਅਧਿਕਾਰੀਆਂ ਅਤੇ ਕਈ ਹੋਰ ਸ਼ਖਸੀਅਤਾਂ ਨੇ ਵੀ ਸਰਕਾਰੀ ਫੰਡ ਵਿੱਚ ਹਿੱਸਾ ਪਾਇਆ। ਕੋਰੋਨਾ ਕਾਲ ਦੇ ਦੌਰਾਨ ਮਦਦ ਦੇ ਹੱਥ ਵੀ ਉੱਠੇ। ਸਾਰੇ ਕੈਬਨਿਟ ਮੰਤਰੀਆਂ ਨੇ ਆਪਣੀ 1 ਮਹੀਨੇ ਦੀ ਤਨਖਾਹ ਮੁੱਖ ਮੰਤਰੀ ਕੋਵਿਡ ਰਿਲੀਫ ਫੰਡ ਦੇ ਵਿੱਚ ਦਾਨ ਕੀਤੀ। ਇਸ ਤੋਂ ਇਲਾਵਾ ਕਈ ਵਿਧਾਇਕਾਂ ਤੇ ਸਿਆਸਤਦਾਨਾਂ ਨੇ ਵੀ ਰਾਹਤ ਫੰਡ ਵਿੱਚ ਦਾਨ ਦਿੱਤੇ। ਪੰਜਾਬ IAS ਅਤੇ IPS ਐਸੋਸੀਏਸ਼ਨ ਦੇ ਵੱਲੋਂ ਸੀਨੀਅਰ ਅਧਿਕਾਰੀਆਂ ਨੂੰ ਆਪਣੀ 3 ਮਹੀਨੇ ਦੀ ਤਨਖਾਹ ਵਿੱਚੋਂ 30% ਹਿੱਸਾ ਕੋਵਿਡ ਰਾਹਤ ਫੰਡ ਵਿੱਚ ਦਾਨ ਕਰਨ ਦੀ ਅਪੀਲ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੇ ਵੀ ਇੱਕ ਦਿਨ ਦੀ ਤਨਖਾਹ ਦਾ ਯੋਗਦਾਨ ਪਾਇਆ ਸੀ। ਜਲਦੀ ਫੈਲਣ ਦੀ ਪ੍ਰਵਿਰਤੀ ਵਾਲੇ ਇਸ ਵਾਇਰਸ ਦੀ ਲਪੇਟ ਦੇ ਵਿੱਚ ਕੈਪਟਨ ਦੇ ਮੰਤਰੀ ਵੀ ਆਏ। ਇੱਥੋਂ ਤੱਕ ਕਿ ਖੁਦ ਮੁੱਖ ਮੰਤਰੀ ਨੂੰ ਵੀ ਕੁਆਰੰਟਾਈਨ ਹੋਣਾ ਪਿਆ।
ਪੰਜਾਬ ਦੇ ਕਈ ਮੰਤਰੀ ਵੀ ਕਰੋਨਾ ਦੀ ਲਪੇਟ ਦੇ ਵਿੱਚ ਆ ਗਏ। ਗੁਰਪ੍ਰੀਤ ਕਾਂਗੜ, ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਬ੍ਰਹਮ ਮਹਿੰਦਰਾ ਤੇ ਬਲਵੀਰ ਸਿੱਧੂ ਵੀ ਕਰੋਨਾ ਦੀ ਲਪੇਟ ਵਿੱਚ ਆ ਗਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ 2 ਵਾਰ ਹੋਮ ਕੁਆਰੰਟਾਈਨ ਹੋਣਾ ਪਿਆ। ਅਗਸਤ ਮਹੀਨੇ ਵਿੱਚ ਵਿਧਾਨ ਸਭਾ ਦੇ ਇੱਕ ਦਿਨਾ ਸੈਸ਼ਨ ਦੇ ਦੌਰਾਨ ਉਹ 2 ਪੋਜ਼ਿਟਿਵ ਵਿਧਾਇਕਾਂ ਦੇ ਸੰਪਰਕ ਵਿੱਚ ਆਏ ਸਨ। ਇਸ ਇਜਲਾਸ ਦੇ ਵਿੱਚ ਸ਼ਾਮਲ ਕੁੱਲ 29 ਵਿਧਾਇਕ ਕਰੋਨਾ ਦੀ ਲਪੇਟ ਵਿੱਚ ਆਏ ਸਨ। ਇਸ ਤੋਂ ਬਾਅਦ ਕੈਪਟਨ ਨੇ ਨਵੰਬਰ ਮਹੀਨੇ ਵਿੱਚ ਖੁਦ ਨੂੰ ਹੋਮ ਕੁਆਰੰਟਾਈਨ ਕਰ ਲਿਆ ਸੀ। ਉਹ ਮਹਾਰਿਸ਼ੀ ਵਾਲਮੀਕੀ ਜਯੰਤੀ ਮੌਕੇ ਪ੍ਰੋਗਰਾਮ ਦੇ ਦੌਰਾਨ ਜਿਹੜੇ ਲੋਕਾਂ ਦੇ ਸੰਪਰਕ ਵਿੱਚ ਆਏ ਸਨ ਉਹਨਾਂ ਵਿੱਚੋਂ ਇੱਕ ਸੀਨੀਅਰ IAS ਆਫੀਸਰ ਕਰੋਨਾ ਪੋਜ਼ਿਟਿਵ ਪਾਏ ਗਏ ਸਨ। ਕੋਵਿਡ ਵੈਕਸੀਨ ਦਾ ਹਰ ਇੱਕ ਨੂੰ ਇੰਤਜ਼ਾਰ ਹੈ, ਭਾਵੇਂ ਕਿ ਅਲੱਗ-ਅਲੱਗ ਗੇੜ ਦੇ ਵਿੱਚ ਟ੍ਰਾਇਲ ਹੋਏ, ਪਰ ਅਜੇ ਤੱਕ ਕਿਸੇ ਵੀ ਇੱਕ ਵੈਕਸੀਨ ਨੂੰ ਪੂਰੀ ਤਰ੍ਹਾਂ ਮਨਜ਼ੂਰੀ ਨਹੀਂ ਮਿਲ ਸਕੀ। ਸ਼ੰਕੇ ਦੀ ਇਸ ਸਥਿਤੀ ਵਿਚਾਲੇ ਮੁੱਖ ਮੰਤਰੀ ਨੇ ਵੱਡਾ ਐਲਾਨ ਕੀਤਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਰੋਨਾ ਵੈਕਸੀਨ ਦਾ ਪਹਿਲਾ ਟੀਕਾ ਖੁਦ ਲਵਾਉਣ ਦਾ ਐਲਾਨ ਕੀਤਾ ਹੋਇਆ ਹੈ। ਕੈਪਟਨ ਅਜਿਹਾ ਸੂਬੇ ਦੇ ਲੋਕਾਂ ਦੇ ਵਿੱਚ ਭਰੋਸਾ ਦਿਵਾਉਣ ਦੇ ਲਈ ਕਰਨਾ ਚਾਹੁੰਦੇ ਨੇ। ਕੈਪਟਨ ਦੇ ਮੁਤਾਬਕ ਭਾਰਤੀ ਮੈਡੀਕਲ ਖੋਜ ਕੌਂਸਲ ਯਾਨੀ ICMR ਦੀ ਇੱਕ ਵਾਰ ਪ੍ਰਵਾਨਗੀ ਮਿਲਣ ਉਹ ਪਹਿਲਾ ਟੀਕਾ ਲਗਵਾਉਣਗੇ। ਕਰਫਿਊ ਦੀ ਮਾਰ ਆਰਥਿਕ ਤੌਰ ਤੇ ਵੀ ਪਈ। ਇਸ ਦੌਰਾਨ ਇੰਡਸਟਰੀ ਨੂੰ ਵੱਡਾ ਘਾਟਾ ਵੀ ਸਹਿਣਾ ਪਿਆ। ਅਜੇ ਤੱਕ ਵੀ ਉਦਯੋਗ ਇਸ ਘਾਟੇ ਤੋਂ ਉੱਭਰ ਨਹੀਂ ਸਕੇ। ਕਰਫਿਊ ਤੇ ਲਾਕਡਾਊਨ ਕਰਕੇ ਮਜ਼ਦੂਰਾਂ ਨੂੰ ਫਾਕੇ ਕੱਟਣੇ ਪਏ। ਹਰ ਉਦਯੋਗ ਪ੍ਰਭਾਵਿਤ ਹੋਇਆ। ਟਰਾਂਸਪੋਰਟ ਤੇ ਖਾਸ ਕਰਕੇ ਟ੍ਰੇਨਾਂ ਬੰਦ ਰਹਿਣ ਕਰਕੇ ਉਦਯੋਗਾਂ ਨੂੰ ਕਾਫੀ ਘਾਟਾ ਪਿਆ। ਨਾ ਤਾਂ ਕੱਚਾ ਮਾਲ ਆ ਸਕਿਆ ਤੇ ਨਾ ਹੀ ਤਿਆਰ ਮਾਲ ਸਪਲਾਈ ਕੀਤਾ ਜਾ ਸਕਿਆ। ਇੰਟਰਟੇਨਮੈਂਟ ਇੰਡਸਟਰੀ ਨੂੰ ਵੀ ਇਸ ਦੌਰਾਨ ਕਾਫੀ ਘਾਟਾ ਪਿਆ। ਲਾਕਡਾਊਨ ਦੌਰਾਨ ਦਿਲ ਨੂੰ ਪਸੀਜਣ ਵਾਲੀਆਂ ਕੁਝ ਤਸਵੀਰਾਂ ਵੀ ਸਾਹਮਣੇ ਆਈਆਂ। ਹਜ਼ਾਰਾਂ ਦੀ ਗਿਣਤੀ ਦੇ ਵਿੱਚ ਮਜ਼ਦੂਰਾਂ ਨੇ ਹਿਜਰਤ ਕੀਤੀ ਔਰ ਸਾਧਨ ਨਾ ਹੋਣ ਦੀ ਸੂਰਤ ਦੇ ਵਿੱਚ ਉਹ ਰੁਕੇ ਨਹੀਂ, ਸਗੋਂ ਪੈਦਲ ਹੀ ਨਿਕਲ ਪਏ। ਹਾਲਾਂਕਿ ਜਲਦੀ ਹੀ ਪੰਜਾਬ ਨੂੰ ਉਹਨਾਂ ਦੀ ਘਾਟ ਵੀ ਰੜਕਣ ਲੱਗੀ। ਲਾਕਡਾਊਨ ਵਿਚਾਲੇ ਸਾਰੇ ਦੇਸ਼ ਦੀ ਤਰ੍ਹਾਂ ਪੰਜਾਬ ਤੋਂ ਵੀ ਪ੍ਰਵਾਸੀ ਮਜ਼ਦੂਰਾਂ ਨੇ ਵੱਡੀ ਗਿਣਤੀ ਦੇ ਵਿੱਚ ਹਿਜਰਤ ਕੀਤੀ ਅਤੇ ਆਪੋ ਆਪਣੇ ਸੂਬਿਆਂ ਨੂੰ ਚਲੇ ਗਏ। ਪਰ ਜੂਨ ਮਹੀਨੇ ਵਿੱਚ ਝੋਨੇ ਦੀ ਲਵਾਈ ਦੇ ਸੀਜ਼ਨ ਦੇ ਦੌਰਾਨ ਕਿਸਾਨਾਂ ਨੂੰ ਕਾਫੀ ਮੁਸ਼ਕਲ ਕਰਨੀ ਪਈ। ਪ੍ਰਵਾਸੀ ਮਜ਼ਦੂਰਾਂ ਦੀ ਘਾਟ ਦੇ ਵਿਚਾਲੇ ਕਈ ਜ਼ਿਲ੍ਹਿਆਂ ਦੇ ਕਿਸਾਨਾਂ ਨੇ ਆਪ ਕਿਰਾਏ ਤੇ ਬੱਸਾਂ ਕੀਤੀਆਂ ਅਤੇ ਮਜ਼ਦੂਰਾਂ ਨੂੰ ਵਾਪਸ ਲਿਆਂਦਾ। ਹੁਣ ਤੁਹਾਨੂੰ ਦੱਸ ਦਿਆ ਉਹ ਅੰਕੜਾ ਜਦੋਂ ਇੱਕ ਦਿਨ ਦੇ ਵਿੱਚ ਸੂਬੇ ਦੇ ਵਿੱਚ ਸਭ ਤੋਂ ਵੱਧ ਲੋਕਾਂ ਨੇ ਕਰੋਨਾ ਵਾਇਰਸ ਦੇ ਕਰਕੇ ਆਪਣੀ ਜਾਨ ਗਵਾਈ ਸੀ। ਪੰਜਾਬ 'ਚ 2 ਸਤੰਬਰ ਨੂੰ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਮੌਤਾਂ ਹੋਈਆਂ। ਇਸ ਦਿਨ 106 ਕਰੋਨਾ ਮਰੀਜ਼ਾਂ ਨੇ ਦਮ ਤੋੜਿਆ। ਇਸ ਤੋਂ ਇਲਾਵਾ 17 ਸਤੰਬਰ ਨੂੰ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ ਨਵੇਂ ਕਰੋਨਾ ਦੇ ਕੇਸ ਸਾਹਮਣੇ ਆਏ। 24 ਘੰਟਿਆਂ ਦੇ ਵਿੱਚ 2896 ਕੇਸ ਰਿਪੋਰਟ ਕੀਤੇ ਗਏ। ਕਈ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿਨ੍ਹਾਂ ਦੇ ਵਿੱਚ ਕਰੋਨਾ ਦੇ ਨਾਲ-ਨਾਲ ਮਰੀਜ਼ ਅਤੇ ਉਸ ਦੇ ਪਰਿਵਾਰ ਨੂੰ ਸਮਾਜਿਕ ਦਬਾਅ ਦਾ ਸਾਹਮਣਾ ਕਰਨਾ ਪਿਆ, ਜਿਸ ਕਰਕੇ ਸਰਕਾਰ ਨੇ ਇੱਕ ਹੋਰ ਫੈਸਲੇ ਤੇ ਮੋਹਰ ਲਗਾਈ। ਸਤੰਬਰ ਨੂੰ ਪੰਜਾਬ ਸਰਕਾਰ ਨੇ ਇੱਕ ਅਹਿਮ ਫੈਸਲਾ ਲਿਆ ਅਤੇ ਕਰੋਨਾ ਮਰੀਜ਼ਾਂ ਦੇ ਘਰਾਂ ਦੇ ਗੇਟ ਤੇ ਕੋਵਿਡ-19 ਤੇ ਕੁਆਰੰਟਾਈਨ ਦੇ ਪੋਸਟਰ ਤੇ ਸਟicker ਨਾ ਲਾਉਣ ਦਾ ਫੈਸਲਾ ਕੀਤਾ ਗਿਆ। ਇਸ ਦੇ ਨਾਲ ਹੀ ਪਹਿਲਾਂ ਤੋਂ ਲੱਗੇ ਪੋਸਟਰ ਵੀ ਹਟਾਏ ਜਾਣ ਦਾ ਫੈਸਲਾ ਕੀਤਾ ਗਿਆ। ਅਜਿਹਾ ਮਰੀਜ਼ਾਂ ਅਤੇ ਉਹਨਾਂ ਦੇ ਪਰਿਵਾਰਾਂ ਨੂੰ ਸਮਾਜਿਕ ਵਿਤਕਰੇ ਤੋਂ ਬਚਾਉਣ ਦੇ ਲਈ ਕੀਤਾ ਗਿਆ ਤਾਂ ਕਿ ਉਹਨਾਂ ਨੂੰ ਮਨੋਵਿਗਿਆਨਿਕ ਸਦਮੇ ਤੋਂ ਬਚਾਇਆ ਜਾ ਸਕੇ। ਹੁਣ ਗੱਲ ਉਸ ਧਾਰਮਿਕ ਮਸਲੇ ਦੀ ਜਿਸ ਦੀ ਸਿੱਖਾਂ ਅਤੇ ਪੰਜਾਬ ਵਾਸੀਆਂ ਲਈ ਇੱਕ ਅਹਿਮ ਥਾਂ ਹੈ, ਕਰਤਾਰਪੁਰ ਸਾਹਿਬ ਕੋਰੀਡੋਰ। ਕੋਰੋਨਾ ਕਾਲ ਦੇ ਵਿੱਚ ਬੰਦ ਕੀਤੇ ਗਏ ਇਸ ਲਾਂਘੇ ਨੂੰ ਮੁੜ ਖੋਲਣ ਦੀ ਜ਼ੋਰਦਾਰ ਮੰਗ ਵੀ ਉੱਠੀ। ਕੋਰੋਨਾ ਕਾਲ ਦੇ ਵਿਚਾਲੇ ਕਰਤਾਰਪੁਰ ਕੋਰੀਡੋਰ ਵੀ ਬੰਦ ਰਿਹਾ। ਅਕਾਲ ਤਖਤ ਅਤੇ ਵੱਖ-ਵੱਖ ਸਿੱਖ ਜਥੇਬੰਦੀਆਂ ਦੇ ਵੱਲੋਂ ਵਾਰ-ਵਾਰ ਇਹ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਗਈ। ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ ਤੇ ਇਹ ਮੰਗ ਜ਼ੋਰ-ਸ਼ੋਰ ਨਾਲ ਚੁੱਕੀ ਗਈ।
ਅਖੀਰ ਦੇ ਵਿੱਚ ਗੱਲ ਉਸ ਖੂਬਸੂਰਤ ਨਜ਼ਾਰੇ ਦੀ ਜੋ ਕਿਸੇ ਜਾਦੂਗਰੀ ਤੋਂ ਘੱਟ ਨਹੀਂ ਸੀ। ਲੋਕਡਾਊਨ ਦੌਰਾਨ ਜਲੰਧਰ ਵਾਸੀਆਂ ਨੂੰ ਕੁਦਰਤ ਨੇ ਸਰਪ੍ਰਾਈਜ਼ ਦਿੱਤਾ। ਕੋਰੋਨਾ ਕਰਕੇ ਲੱਗੇ ਲਾਕਡਾਊਨ ਦੇ ਨਾਲ ਅਪ੍ਰੈਲ ਦੀ ਸ਼ੁਰੂਆਤ ਵਿੱਚ ਹੀ ਹਵਾ ਦੀ ਗੁਣਵੱਤਾ ਕਾਫੀ ਵੱਧ ਗਈ। AQI ਦਾ ਪੱਧਰ ਘਟਣ ਕਰਕੇ ਜਲੰਧਰ ਤੋਂ ਹੀ ਧੌਲਸਰ ਦੀਆਂ ਪਹਾੜੀਆਂ ਵਿਖਾਈ ਦਿੱਤੀਆਂ, ਜੋ ਕਿ ਆਪਣੇ ਆਪ ਦੇ ਵਿੱਚ ਇੱਕ ਦਿਲਚਸਪ ਗੱਲ ਸੀ। ਤੇ ਕੋਰੋਨਾ ਵੈਕਸੀਨ ਦੇ ਟ੍ਰਾਇਲ ਅਜੇ ਵੀ ਚੱਲ ਰਹੇ ਨੇ। ਉਮੀਦ ਕਰਦੇ ਹਾਂ ਕਿ ਕੋਰੋਨਾ ਵਾਇਰਸ ਵੀ ਸਾਲ 2020 ਦੀ ਤਰ੍ਹਾਂ ਦੁਨੀਆ ਨੂੰ ਹਮੇਸ਼ਾ ਦੇ ਲਈ ਗੁੱਡ ਬਾਏ ਕਹਿ ਦੇਵੇ। ਸਾਡੀ ਇਸ ਖਾਸ ਪੇਸ਼ਕਸ਼ ਦੇ ਵਿੱਚ ਇੰਨਾ ਹੀ। ਮੈਨੂੰ ਦਵੋ ਇਜਾਜ਼ਤ। ਧੰਨਵਾਦ।